हेलो दोस्तों, ਅੱਜ जो ਆਪਾਂ ਗੱਲ ਕਰਨ ਜਾ ਰਹੇ ਹਾਂ ਬੜੇ ਇੰਪੋਰਟੈਂਟ ਟੌਪਿਕ ਸਤ੍ਹਾ ਦੇ ਖੇਤਰਫਲ ਅਤੇ ਆਇਤਨ ਤੇ ਗੱਲ ਕਰਨ ਜਾ ਰਹੇ ਹਾਂ। ਸਤ੍ਹਾ ਦਾ ਖੇਤਰਫਲ ਆਪਾਂ ਨੂੰ ਪਤਾ ਹੈ ਇਹ ਟੌਪਿਕ 3D ਸੋਲਿਡਸ ਦੇ ਨਾਲ ਸੰਬੰਧਿਤ ਹੈ, ਜਿਸ ਨੂੰ ਆਪਾਂ ਠੋਸ ਬੋਲਦੇ ਹਾਂ, ਉਹਦੇ ਨਾਲ ਸੰਬੰਧਿਤ ਹੈ। ਠੀਕ, ਹੁਣ ਇਹਦੇ ਵਿੱਚ ਕਰਨਾ ਕੀ ਹੈ, ਆਪਾਂ ਆਲਰੇਡੀ ਦੇਖੋ ਗੱਲਾਂ ਕਰ ਚੁੱਕੇ ਹਾਂ। ਘਨ, ਘਨਾਵ, ਸਿਲੰਡਰ ਜਾਂ ਬੇਲਨ, ਸ਼ੰਕੂ, ਗੋਲਾ, ਅਰਧਗੋਲਾ। ਇਹਨਾਂ ਠੋਸਾਂ ਦੀ ਆਪਾਂ ਪਿਛਲੇ 2-3 ਕਲਾਸਾਂ ਤੋਂ 8ਵੀਂ 9ਵੀਂ ਤੋਂ ਪੜ੍ਹਦੇ ਆ ਰਹੇ ਹਾਂ, ਬੜੀ ਡਿਟੇਲ ਦੇ ਵਿੱਚ ਪੜ੍ਹਦੇ ਆ ਰਹੇ ਹਾਂ। ਅੱਜ ਜਿਹੜੀ ਆਪਾਂ ਗੱਲ ਕਰਨੀ ਹੈ, ਇਹਨਾਂ ਦੀ ਇੱਕ ਐਡਵਾਂਸ ਸਟੇਜ ਦੀ ਗੱਲ ਕਰਨੀ ਹੈ, ਇਹਨਾਂ ਦੇ ਕੰਬੀਨੇਸ਼ਨ ਦੀ ਗੱਲ ਕਰਨੀ ਹੈ। ਕੰਬੀਨੇਸ਼ਨ ਆਫ ਸੋਲਿਡਸ, ਕੰਬੀਨੇਸ਼ਨ ਤੇ ਮਤਲਬ ਸੰਯੋਜਨ ਦੀ ਗੱਲ ਕਰਨੀ ਹੈ। ਕਿਉਂਕਿ ਨੋਰਮਲ ਅਗਰ ਆਪਾਂ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਦੇਖੀਏ ਤਾਂ ਜਿਹੜੇ ਠੋਸ ਹੁੰਦੇ ਮਿਕਸ ਕਰਕੇ ਬਣੇ ਹੁੰਦੇ ਆ। ਪਹਿਲੀ ਐਗਜ਼ਾਮਪਲ ਪੈਨਸਿਲ ਦੇਖੋ, ਜਦੋਂ ਪੈਨਸਿਲ ਘੜੀ ਜਾਂਦੀ ਹੈ ਤਾਂ ਅਪਰੋਕਸੀਮੇਟ ਉਹ ਇਸ ਸ਼ੇਪ 'ਚ ਹੁੰਦੀ ਹੈ, ਲਗਭਗ ਇਸ ਸ਼ੇਪ 'ਚ ਹੁੰਦੀ ਹੈ ਨਾ। ਤਾਂ ਜੇ ਦੇਖਿਆ ਜਾਵੇ ਨੀਚੇ ਸਿਲੰਡਰ ਹੁੰਦਾ, ਉੱਪਰ ਸ਼ੰਕੂ ਹੁੰਦਾ। ਜਿੰਨੀਆਂ ਮਰਜ਼ੀ ਐਗਜ਼ਾਮਪਲਸ ਨੂੰ ਆਪਾਂ ਸਟੱਡੀ ਕਰ ਸਕਦੇ ਹਾਂ। ਕਈ ਖਿਡੌਣੇ ਹੁੰਦੇ ਨੇ, ਲਾਟੂ ਹੁੰਦੇ ਨੇ, ਕਿਸ ਸ਼ੇਪ 'ਚ ਹੁੰਦੇ ਆ? ਉੱਪਰ ਸ਼ੰਕੂ ਹੁੰਦਾ, ਨੀਚੇ ਅਰਧਗੋਲਾ ਹੁੰਦਾ। ਔਰ ਕੀ ਹੋ ਸਕਦਾ? ਸਿਲੰਡਰ ਦੇ ਉੱਪਰ ਅਰਧਗੋਲਾ, ਨੀਚੇ ਅਰਧਗੋਲਾ ਹੋ ਸਕਦਾ ਹੈ, ਜਾਂ ਸਿਲੰਡਰ ਦੇ ਉੱਪਰ ਅਰਧਗੋਲਾ ਹੋ ਸਕਦਾ ਹੈ। ਤਾਂ ਕਿੰਨੀਆਂ ਹੀ ਆਪਣੇ ਕੋਲੇ ਚੀਜ਼ਾਂ ਨੇ, ਜਿਵੇਂ ਪੈਨਸਿਲ ਪਈ ਹੈ ਜਾਂ ਬਿਲਡਿੰਗ ਆਪਾਂ ਦੇਖਦੇ ਹਾਂ। ਗੁਰਦੁਆਰਾ ਸਾਹਿਬ ਧਿਆਨ ਨਾਲ ਦੇਖੋ, ਇਮਾਰਤਾਂ ਜਿਹੜੀਆਂ ਹੁੰਦੀਆਂ ਘਨਾਵ ਸ਼ੇਪ 'ਚ ਹੁੰਦੀਆਂ, ਉੱਪਰ ਜਿਹੜਾ ਅਰਧਗੋਲਾਕਾਰ ਗੁੰਬਦ ਬਣਿਆ ਹੁੰਦਾ। ਤਾਂ ਕਿੰਨੀਆਂ ਹੀ ਸ਼ੇਪਸ ਹੁੰਦੀਆਂ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ। ਆਪਾਂ ਹੁਣ ਇਹਨਾਂ ਦੀ ਗੱਲ ਕਰਨੀ ਹੈ ਕਿ ਠੋਸਾਂ ਦੇ ਸੰਯੋਜਨ ਦੀ। ਜਦੋਂ 2 ਜਾਂ 2 ਤੋਂ ਵੱਧ ਠੋਸ ਮਿਲ ਕੇ ਕੋਈ ਨਵੀਂ ਚੀਜ਼ ਬਣਾਉਂਦੇ ਨੇ, ਨਵੀਂ ਵਸਤੂ ਬਣਾਉਂਦੇ ਨੇ, ਆਪਾਂ ਉਸ 'ਤੇ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਹੁਣ ਆਪਾਂ ਜਿਹੜੀ ਗੱਲ ਕਰਾਂਗੇ, ਆਪਾਂ ਕੀ ਗੱਲ ਕਰਾਂਗੇ? ਇਹਦੇ ਸਤ੍ਹਾ ਦੇ ਖੇਤਰਫਲ ਦੀ। ਸਤ੍ਹਾ ਦੇ ਖੇਤਰਫਲ ਦੀ, ਸਰਫੇਸ ਏਰੀਆ। ਆਪਾਂ ਇਸ ਦੀ ਗੱਲ ਕਰਾਂਗੇ ਹੁਣ। ਸਰਫੇਸ ਏਰੀਆ ਬੜਾ ਇੰਪੋਰਟੈਂਟ ਟੌਪਿਕ। ਕੀ ਹੋਣਾ ਇਸ 'ਚ ਡਿਪੈਂਡ ਕਰਦਾ ਤੁਹਾਨੂੰ ਕੀ ਦਿੱਤਾ ਹੋਇਆ, ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਉਦਾਹਰਨ ਦੇ ਤੌਰ ਤੇ ਦੇਖੋ, ਸਰਫੇਸ ਏਰੀਆ ਹੁੰਦਾ ਕੀ ਹੈ? ਆਹ ਸਾਈਡ ਵਾਲਾ, ਆਹ ਚੀਜ਼, ਆਹ ਹੋ ਗਿਆ, ਆਹ ਹੋ ਗਿਆ। ਇਹ ਤਾਂ ਇੱਕ ਸਿਰਫ ਡਿਸਟਿੰਕਸ਼ਨ ਕਰਨ ਵਾਸਤੇ ਕੀਤਾ ਹੋਇਆ ਕਿ ਇੱਥੇ ਬ੍ਰੇਕ ਹੋ ਰਹੀ ਹੈ ਚੀਜ਼, ਇਹਨੂੰ ਆਪਾਂ ਕਾਊਂਟ ਨਹੀਂ ਕਰਦੇ। ਸਰਫੇਸ ਏਰੀਆ ਬੇਸਿਕਲੀ ਹੁੰਦਾ, ਅਗਰ ਮੰਨ ਲਓ ਦਿਮਾਗ ਸੋਚ ਲਓ ਪੇਂਟ ਕਰਨਾ ਹੋਊਗਾ ਤਾਂ ਕਿੱਥੇ ਕਿੱਥੇ ਪੇਂਟ ਕਰੋਗੇ। ਹੁਣ ਜੇ ਪੈਨਸਿਲ ਦੀ ਗੱਲ ਕਰਾਂ ਮੈਂ, ਆਪਾਂ ਇਹ ਪੈਨਸਿਲ ਲਈ ਸੀ, ਆਹ ਹੋ ਗਿਆ, ਆਹ ਹੋ ਗਿਆ, ਤੇ ਆਪਾਂ ਨੂੰ ਪਤਾ ਪੈਨਸਿਲ ਇੱਥੇ ਵੀ ਹੁੰਦਾ ਹੈ, ਤਾਂ ਇਹ ਵੀ ਹੋਣਾ। ਇਹ ਹੈ ਕੀ ਇਹ ਚੀਜ਼ ਦੇਖੋ ਧਿਆਨ ਨਾਲ। ਸਿਲੰਡਰ ਦੀ ਪਾਸਵੀਂ, ਆਹ ਅਰਧਗੋਲੇ ਦੀ ਪਾਸਵੀਂ ਸਤ੍ਹਾ। ਕਿਉਂਕਿ ਪਹਿਲਾਂ ਤੁਹਾਨੂੰ ਇਹ ਪਤਾ ਹੋਵੇ ਨਾ ਫਾਰਮੂਲੇ ਕਰਨਾ ਕੀ ਹੈ, ਬਣਦੇ ਕਿਵੇਂ ਨੇ, ਕੁਐਸਚਨ ਬਾਅਦ ਦੀ ਗੱਲ ਹੈ। ਸੇਮ ਆਹ ਹੋ ਗਈ ਅਰਧਗੋਲੇ ਦੀ ਪਾਸਵੀਂ ਸਤ੍ਹਾ। ਇੱਧਰ ਦੇਖਦੇ ਹਾਂ, ਆਹ ਹੋ ਗਿਆ ਸਿਲੰਡਰ, ਤੇ ਸਿਲੰਡਰ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਆਹ ਹੋ ਗਿਆ ਸ਼ੰਕੂ, ਸ਼ੰਕੂ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਆਹ ਕੀ ਸ਼ੇਪ ਬਣਨੀ ਹੈ? ਚੱਕਰ। ਇਹ ਹੋ ਗਿਆ ਚੱਕਰ ਦਾ ਖੇਤਰਫਲ। ਇੱਧਰ ਦੇਖਦੇ ਹਾਂ, ਆਹ ਹੋ ਗਿਆ ਸ਼ੰਕੂ, ਤਾਂ ਇਹ ਹੋ ਗਈ ਸ਼ੰਕੂ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਆਹ ਹੋ ਗਿਆ ਅਰਧਗੋਲਾ, ਇਹ ਹੋ ਗਈ ਅਰਧਗੋਲੇ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਇੱਧਰ ਦੇਖੋ, ਆਹ ਹੋ ਗਈ ਅਰਧਗੋਲਾ, ਅਰਧਗੋਲੇ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਆਹ ਹੋ ਗਿਆ ਸਿਲੰਡਰ, ਸਿਲੰਡਰ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਹੁਣ ਅਗਰ ਤਾਂ ਇਹ ਨੀਚੋਂ ਬੰਦ ਹੈ ਤਾਂ ਆਪਾਂ ਚੱਕਰ ਦਾ ਖੇਤਰਫਲ ਵਿੱਚ ਜੋੜਾਂਗੇ। ਅਗਰ ਖੁੱਲਾ ਦੇਤਾ
ਤਾਂ ਆਪਾਂ ਨਹੀਂ ਜੋੜਾਂਗੇ। ਉਹ ਡਿਪੈਂਡ ਕਰਦਾ ਤੁਹਾਨੂੰ ਕੀ ਡਾਇਗਰਾਮ ਦਿੱਤੀ ਗਈ ਹੈ, ਕੀ ਵਸਤੂ ਦਿੱਤੀ ਗਈ ਹੈ, ਕੀ ਆਬਜੈਕਟ ਦਿੱਤਾ ਗਿਆ, ਉਸ ਦੇ ਅਕੋਰਡਿੰਗ ਆਪਾਂ ਸਰਫੇਸ ਏਰੀਆ ਤੇ ਗੱਲ ਕਰਾਂਗੇ। ਤਾਂ 4-5 ਸ਼ੇਪਸ ਮੈਂ ਲੈ ਕੇ ਚੱਲਿਆ ਸੀ। ਹੁਣ ਦੇਖੋ ਅਗਰ ਆਪਾਂ ਫਾਰਮੂਲੇ ਤੇ ਗੱਲ ਕਰੀਏ, ਤਰੀਕਾ ਦੱਸਦਾ। ਇੱਥੇ ਸਿਲੰਡਰ ਦੀ ਪਾਸਵੀਂ 2 ਪਾਈ RH, 2 ਅਰਧ ਗੋਲੇ ਹੈ ਤਾਂ 2 ਗੁਣਾ ਅਰਧ ਗੋਲੇ ਦੀ ਪਾਸਵੀਂ, ਇਹੀ ਹੋ ਗਿਆ ਨਾ। ਸੌਖਾ ਤਰੀਕਾ ਦੱਸਦਾ, ਜਦੋਂ ਆਪਾਂ ਹੱਲ ਕਰਾਂਗੇ ਸਾਂਝੇ ਕੱਢਣ ਦੀ ਕੋਸ਼ਿਸ਼ ਕਰੋ, ਕੁਐਸਚਨ ਬੜਾ ਸੌਖਾ ਬਣ ਜਾਂਦਾ ਹੈ। ਤਾਂ ਕੀ ਸਾਂਝਾ ਆ ਰਿਹਾ? 2 ਪਾਏ 1 R, ਉਰੇ 2 ਆਰਾਂ ਨੇ, 1 R ਸਾਂਝਾ ਆ ਜਾਊ। ਪਿੱਛੇ ਕੀ ਬਚ ਗਿਆ? ਉਰੇ H ਬਚ ਗਿਆ, 1 2 ਬਚ ਗਿਆ, 1 R ਬਚ ਗਿਆ। ਉਸ ਤੋਂ ਬਾਅਦ ਇਹਨੂੰ ਆਪਾਂ ਹੱਲ ਕਰਾਂਗੇ, ਆਪਣਾ ਆਨਸਰ ਆ ਜਾਣਾ ਤੇ ਕੈਲਕੂਲੇਸ਼ਨ ਬੜੀ ਸੌਖੀ ਬਣ ਜਾਣੀ ਹੈ। ਇੱਧਰ ਦੇਖਦੇ ਹਾਂ। ਹੁਣ ਜਿਹੜਾ ਇਹ ਕੁਐਸਚਨ ਸੀ, ਇੱਕ ਤਾਂ ਸਿਲੰਡਰ ਦੀ ਪਾਸਵੀਂ ਸੀ, ਕੀ ਫਾਰਮੂਲਾ ਹੋ ਗਿਆ? 2 ਪਾਈ RH। ਇੱਕ ਸ਼ੰਕੂ ਦੀ ਪਾਸਵੀਂ ਸੀ, ਕੀ ਫਾਰਮੂਲਾ ਹੋ ਗਿਆ? ਪਾਈ RL। ਇੱਕ ਚੱਕਰ ਦਾ ਖੇਤਰਫਲ ਸੀ, ਚੱਕਰ ਦੇ ਖੇਤਰਫਲ ਦਾ ਕੀ ਫਾਰਮੂਲਾ ਹੁੰਦਾ? ਪਾਈ R ਦੀ 2। ਕੀ ਸਾਂਝਾ ਨਿਕਲ ਗਿਆ? ਦੇਖੋ, ਇੱਕ ਤਾਂ ਪਾਈ ਸਾਂਝਾ ਆ ਗਿਆ, 1 R ਸਾਂਝੀ ਆ ਗਈ, ਪਿੱਛੇ ਕੀ ਬਚ ਗਿਆ? 2 HL 1 R। ਤਾਂ ਜਿਹੜਾ ਆਪਾਂ ਕਨਸੈਪਟ ਕਰਨਾ ਹੈ, ਆਪਾਂ ਇਸ ਅਕੋਰਡਿੰਗ ਸੋਲਵ ਕਰਾਂਗੇ। ਇਸ ਤੋਂ ਬਾਅਦ ਹੁਣ ਇੱਥੇ ਦੇਖਦੇ ਹਾਂ, ਅਰਧ ਗੋਲੇ ਦੀ ਪਾਸਵੀਂ 2 ਪਾਈ R ਦੀ 2, ਸਿਲੰਡਰ ਦੀ ਪਾਸਵੀਂ 2 ਪਾਈ RH, ਚੱਕਰ ਦਾ ਖੇਤਰਫਲ ਪਾਈ R ਦੀ 2। ਕੀ ਸਾਂਝਾ ਆ ਗਿਆ? 1 ਪਾਈ 1 R, ਪਿੱਛੇ ਕੀ ਬਚ ਗਿਆ? 2 1 R ਬਚ ਗਿਆ, 2 1 H ਬਚ ਗਈ, 1 R ਬਚ ਗਿਆ। ਤਾਂ ਇੱਥੇ ਆਪਾਂ ਇਹਨੂੰ ਵੈਰੀ ਈਜ਼ੀਲੀ ਸੋਲਵ ਕਰ ਸਕਦੇ ਹਾਂ। ਹਾਂ, ਇਹ ਅਲੱਗ ਗੱਲ, ਇਹਨੂੰ ਆਪਾਂ ਅੱਗੇ 3 R ਕਰ ਦਾਂਗੇ, ਉਹ ਫਰਦਰ ਗੱਲਾਂ ਨੇ ਆਪਣੀਆਂ। ਆਪਾਂ ਇੱਥੇ ਗੱਲ ਕਰ ਰਹੇ ਹਾਂ ਆਪਾਂ ਕੁਐਸਚਨ ਨੂੰ ਕਿਵੇਂ ਸੋਲਵ ਕਰਾਂਗੇ। ਤਾਂ ਦੋਸਤੋ ਇਹ ਚੀਜ਼ ਹੈ, ਆਪਣੇ ਕੋਲ ਇਸ ਅਕੋਰਡਿੰਗ ਠੋਸ ਦਿੱਤੇ ਹੋਣਗੇ ਤੇ ਆਪਾਂ ਕੁਐਸਚਨਸ ਨੂੰ ਸੋਲਵ ਕਰਾਂਗੇ। ਹੁਣ ਆਪਾਂ ਕੁਝ ਐਗਜ਼ਾਮਪਲਸ ਲੈ ਕੇ ਚੱਲਦੇ ਹਾਂ। ਆਹ ਐਗਜ਼ਾਮਪਲ ਵੀ ਆਪਣੇ ਸਾਹਮਣੇ ਐਗਜ਼ਾਮਪਲ ਲਿਖ ਰੱਖੀ ਹੈ ਮੈਂ। ਕਹਿੰਦੇ ਕੋਈ ਬਰਤਨ ਇੱਕ ਖੋਖਲੇ ਅਰਧ ਗੋਲਾ ਆਕਾਰ ਦਾ ਹੈ, ਜਿਸ ਉੱਪਰ ਇੱਕ ਖੋਖਲਾ ਬੇਲਨ ਲੱਗਿਆ ਹੋਇਆ ਹੈ। ਤਾਂ ਸਟੇਟ ਦੇਖੋ, ਡਾਇਗਰਾਮ ਕੀ ਬਣੂਗੀ। ਆਹ ਖੋਖਲਾ ਬੇਲਨ ਹੋ ਗਿਆ, ਆਹ ਲਗਭਗ ਕੀ ਹੋ ਗਿਆ? ਅਰਧ ਗੋਲਾ ਹੋ ਗਿਆ। ਅਰਧ ਗੋਲੇ ਦਾ ਵਿਆਸ, ਸਭ ਤੋਂ ਪਹਿਲੀ ਚੀਜ਼ ਕੀ ਦੇਤੀ ਆਪਾਂ ਨੂੰ? ਅਰਧ ਗੋਲੇ ਦਾ ਵਿਆਸ ਦੇਤਾ 14 ਸੈਂਟੀਮੀਟਰ। ਆਪਾਂ ਨੂੰ ਪਤਾ ਹੈ ਅਰਧ ਗੋਲੇ ਦਾ ਆਧਾਰ ਤੇ ਸਿਲੰਡਰ ਦਾ ਆਧਾਰ ਸੇਮ ਹੈ, ਤਾਂ ਜਿੰਨਾ ਵਿਆਸ ਅਰਧ ਗੋਲੇ ਦਾ ਹੋਊਗਾ, ਸੇਮ ਕਿੰਨਾ ਹੋਣਾ ਹੈ? ਸਿਲੰਡਰ ਦਾ। ਤਾਂ ਜੇ ਵਿਆਸ 14 ਹੈ, ਅਰਧ ਵਿਆਸ ਕਿੰਨਾ ਹੋ ਗਿਆ? 7 ਸੈਂਟੀਮੀਟਰ। ਡਾਇਗਰਾਮ 'ਚ ਹੀ ਕਰਨਾ ਸਭ ਕੁਝ ਆਪਾਂ, ਤਾਂ ਕਿ ਗਲਤੀ ਦੀ ਗੁੰਜਾਇਸ਼ ਹੀ ਨਾ ਹੋਵੇ। ਨੈਕਸਟ, ਅਤੇ ਬਰਤਨ ਦੀ ਕੁੱਲ ਉਚਾਈ, ਬੜੀ ਇੰਪੋਰਟੈਂਟ ਲਾਈਨ ਹੈ ਇੱਥੇ, ਉਚਾਈ, ਕੁੱਲ ਉਚਾਈ ਹੈ, ਆਹ 13 ਸੈਂਟੀਮੀਟਰ ਹੈ, ਆਹ 13 ਹੈ। ਹੁਣ ਅਗਰ ਆਹ 7 ਹੈ, ਆਹ ਵੀ ਕਿੰਨਾ ਹੋ ਗਿਆ? 7, ਕਿਉਂਕਿ ਅਰਧ ਗੋਲੇ ਦੀ ਉਚਾਈ ਕਹਿ ਲਓ ਜਾਂ ਅਰਧ ਵਿਆਸ ਕਹਿ ਲਓ, ਸੇਮ ਹੁੰਦਾ ਹੈ। ਟੋਟਲ 13, ਆਹ 7 ਹੈ, ਆਹ ਕਿੰਨਾ ਰਹਿ ਗਿਆ? 13 - 7 ਬਰਾਬਰ ਹੈ 6 ਸੈਂਟੀਮੀਟਰ। ਮਤਲਬ ਸਿਲੰਡਰਾਕਾਰ ਭਾਗ ਦੀ ਉਚਾਈ 6 ਹੋ ਗਈ। ਉਦੋਂ ਬਾਅਦ ਬਰਤਨ ਦੀ ਅੰਦਰੂਨੀ ਸਤ੍ਹਾ ਦਾ ਖੇਤਰਫਲ ਪਤਾ ਕਰੋ। ਅੰਦਰੂਨੀ ਸਤ੍ਹਾ ਕਹਿ ਦੇਣ ਜਾਂ ਸਤ੍ਹਾ ਕਹਿ ਦੇਣ, ਕਿਉਂਕਿ ਇੱਥੇ ਆਪਾਂ ਨੂੰ ਮੋਟਾਈ ਬਾਰੇ ਕੁਝ ਵੀ ਨਹੀਂ ਕਿਹਾ, ਤਾਂ ਆਪਾਂ ਆਪਣੇ ਕੰਨਿਓ ਕੁਝ ਵੀ ਪ੍ਰੈਡਿਕਟ ਨਹੀਂ ਕਰਨਾ, ਉਹਨੂੰ ਆਪਾਂ ਨਿਗਲੀਜੀਬਲੀ ਲੈ ਕੇ ਚੱਲਣਾ। ਤਾਂ ਬਰਤਨ ਦੀ ਸਤ੍ਹਾ ਦਾ ਖੇਤਰਫਲ, ਇੱਥੇ ਆਪਣੇ ਕੋਲੇ ਕੀ ਆ ਗਿਆ? ਇੱਕ ਤਾਂ ਆਹ ਠੋਸ ਆ ਗਿਆ, ਸਿਲੰਡਰ ਜਾਂ ਬੇਲਨ ਰੂਪ 'ਚ ਹੈ। ਇੱਕ ਆਹ ਠੋਸ ਆ ਗਿਆ, ਅਰਧ ਗੋਲੇ ਦੇ ਰੂਪ 'ਚ ਹੈ। ਤਾਂ ਸਤ੍ਹਾ ਦੇ ਖੇਤਰਫਲ 'ਚ ਕੀ ਆ ਗਿਆ ਫਿਰ? ਸਿਲੰਡਰ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਪਲੱਸ ਅਰਧ ਗੋਲੇ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਹੁਣ ਇੱਕ ਕੁਐਸਚਨ ਜਾਂ ਡਾਊਟ ਤੁਹਾਡੇ ਮਾਈਂਡ 'ਚ ਆਣਾ ਕਿ ਆਹ ਕਾਊਂਟ ਹੋਊਗਾ? ਇੱਥੇ ਜਿਹੜਾ ਆਪਾਂ ਇਹਨੂੰ ਬੰਦ ਕਰ ਦਿੰਦੇ ਕਾਊਂਟ ਹੋ ਨਹੀਂ, ਕਿਉਂਕਿ ਖੋਖਲਾ ਸ਼ਬਦ ਪਾ ਰੱਖਿਆ,
ਇਹ ਓਪਨ ਹੈ, ਇਹਨੂੰ ਆਪਾਂ ਨਹੀਂ ਲੈ ਕੇ ਚੱਲਦੇ। ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਸਭ ਕੁਝ ਸਟੇਟਮੈਂਟ ਦੇ ਵਿੱਚ ਮੈਂਸ਼ਨ ਹੋਣਾ ਹੈ ਕਿ ਇਹ ਬੰਦ ਹੈ ਜਾਂ ਨਹੀਂ ਹੈ, ਤਾਂ ਉਸ ਅਕੋਰਡਿੰਗ ਆਪਾਂ ਵਰਕ ਕਰਨਾ ਹੈ। ਸਿਲੰਡਰ ਦੀ ਪਾਸਵੀਂ 2 ਪਾਈ RH, ਅਰਧ ਗੋਲੇ ਦੀ 2 ਪਾਈ R ਦੀ 2, ਕੀ ਸਾਂਝਾ ਨਿਕਲ ਗਿਆ? 1 2 1 ਪਾਈ 1 R, 2 ਪਾਈ R, ਪਿੱਛੇ ਇੱਕ ਤਾਂ H ਬਚ ਗਿਆ, ਇੱਕ ਆਪਣੇ ਕੋਲੇ R ਬਚ ਗਿਆ। ਕੀਮਤਾਂ ਭਰਨੀਆਂ ਨੇ। ਪਾਈ ਬਾਰੇ ਕੁਛ ਨਹੀਂ ਕਿਹਾ, 22/7। R ਕਿੰਨੀ ਹੈ? 7। H, ਇੱਥੇ ਇੱਕ ਬੜੀ ਇੰਪੋਰਟੈਂਟ ਮਿਸਟੇਕ ਹੁੰਦੀ ਹੈ, H 13 ਲਿਖੋਗੇ, ਨਹੀਂ। H ਅਸਲ ਦੇ ਵਿੱਚ ਸਿਲੰਡਰ ਦੀ ਉਚਾਈ ਹੈ, ਤੇ ਸਿਲੰਡਰ ਦੀ ਉਚਾਈ ਕਿੰਨੀ ਹੈ ਆਪਣੇ ਕੋਲੇ? 6। ਬਹੁਤ ਧਿਆਨ ਰੱਖਣਾ ਇੱਥੇ। H ਹੋ ਗਿਆ 6, ਅਰਧ ਵਿਆਸ ਹੋ ਗਿਆ 7। ਹੱਲ ਕਰੋ। 7 ਦੇ ਨਾਲ 7 ਕੱਟ ਗਿਆ, 22 ਦੂਣੀ 44, 6 ਤੇ 7 13। ਇਹਦੀ ਗੁਣਾ ਕਰਨੀ ਹੈ। ਬੜੀ ਇੰਟਰਸਟਿੰਗ ਚੀਜ਼ ਮੈਂ ਕਰ ਦੂੰਗਾ, ਤੁਸੀਂ ਇਹਨੂੰ ਕਿਵੇਂ ਕਰੋਗੇ ਮੈਂ ਤੁਹਾਨੂੰ ਸ਼ਾਰਟ ਤਰੀਕਾ ਦੱਸਦਾ। ਤੁਹਾਨੂੰ ਸਾਰਿਆਂ ਨੂੰ 13 ਦਾ ਪਹਾੜਾ ਆਉਂਦਾ ਹੈ, ਤਾਂ ਸਿੱਧਾ 13 ਦਾ ਪਹਾੜਾ ਪੜੋ। 13 ਚੌਕੇ 52, 2 5, 13 ਚੌਕੇ 52 ਤੇ 5 57, ਗੁਣਾ ਹੋ ਗਈ। ਬੜੇ ਆਸਾਨੀ ਦੇ ਨਾਲ ਆਪਾਂ ਕਰ ਸਕਦੇ ਹਾਂ। ਤਾਂ ਕਿੰਨਾ ਆਨਸਰ ਆ ਗਿਆ? 572 ਵਰਗ ਸੈਂਟੀਮੀਟਰ। ਆ ਸੀ ਆਪਣੀ ਇਹ ਕੁਐਸਚਨ। ਹੁਣ ਆਪਾਂ ਹੋਰ ਕੁਐਸਚਨ ਲੈ ਕੇ ਚੱਲਦੇ ਹਾਂ। ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲੇ, ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਪਿਆ। ਕਹਿੰਦੇ 2 ਘਨ ਜਿਨ੍ਹਾਂ ਵਿੱਚੋਂ ਹਰੇਕ ਦਾ ਆਇਤਨ 64 ਘਨ ਸੈਂਟੀਮੀਟਰ ਹੈ। ਕੀ ਦਿੱਤਾ ਹੈ? ਘਨ ਦਾ ਆਇਤਨ। ਸਭ ਤੋਂ ਪਹਿਲਾਂ ਮੈਂ ਇਹਦੀ ਗੱਲ ਕਰਦਾ। 64 ਘਨ ਸੈਂਟੀਮੀਟਰ। ਆਪਾਂ ਨੂੰ ਪਤਾ ਹੈ ਘਨ ਦੇ ਆਇਤਨ ਦਾ ਫਾਰਮੂਲਾ ਹੁੰਦਾ ਹੈ ਭੁਜਾ ਗੁਣਾ ਭੁਜਾ ਗੁਣਾ ਭੁਜਾ ਜਾਂ ਭੁਜਾ ਦੀ ਘਾਤ 3। ਤੇ 64 ਕਿਹਦੀ ਘਾਤ 3 ਹੈ? 4 ਦੀ। 3 ਦੇ ਨਾਲ 3 ਘਾਟ ਕੱਟ ਗਈ, ਇਹਦਾ ਮਤਲਬ ਘਨ ਦੀ ਜਿਹੜੀ ਭੁਜਾ ਆ ਗਈ 4 ਸੈਂਟੀਮੀਟਰ। ਇਹ ਤਾਂ ਹੋ ਗਈ ਪਹਿਲੀ ਲਾਈਨ। ਦੇ ਸਮਾਨ ਫਲਕਾਂ ਨੂੰ ਮਿਲਾ ਕੇ ਇੱਕ ਠੋਸ ਬਣਾਇਆ ਗਿਆ ਹੈ। ਮਤਲਬ ਕੀ ਹੈ? ਕਹਿੰਦੇ 2 ਘਨ ਲੈ ਲੈ। ਮੈਂ ਡਾਇਗਰਾਮ ਬਣਾਉਣਾ ਛੋਟੀ ਜਿਹੀ ਇਹਦੀ ਆ ਰਹੀ। ਇਹਨੂੰ ਮਿਲਾਤਾ, 2 ਫਲਕਾਂ ਨੂੰ ਮਿਲਾਤਾ ਇਸ ਅਕੋਰਡਿੰਗ, ਠੀਕ। ਤੇ ਜਦੋਂ ਇਹਨਾਂ ਦੋਹਾਂ ਨੂੰ ਮਿਲਾਤਾ ਤਾਂ ਦੇਖੋ ਹੋਇਆ ਕੀ? ਆ 4 ਹੈ, ਆ 4 ਹੈ, ਉਚਾਈ 4 ਹੈ, ਚੌੜਾਈ 4 ਹੈ। ਤਾਂ ਜਿਹੜਾ ਇਹ ਠੋਸ ਬਣਿਆ ਇਹ ਕਿਸ ਸ਼ੇਪ 'ਚ ਬਣਿਆ? ਘਨਾਵ ਸ਼ੇਪ 'ਚ। ਪਹਿਲੀ ਗੱਲ ਘਨਾਵ। ਹੁਣ ਇੱਥੇ ਭੁਜਾਵਾਂ ਦੇਖੋ, ਲੰਬਾਈ ਹੋ ਗਈ 4 ਤੇ 4 8 ਸੈਂਟੀਮੀਟਰ, ਚੌੜਾਈ 4 ਹੀ ਰਹਿ ਗਈ, ਉਚਾਈ 4 ਹੀ ਰਹਿ ਗਈ। ਕਿਉਂਕਿ 2 ਸਮਾਨ ਫਲਕ ਕਹੇ ਨੇ, ਉਹ 2 ਸਮਾਨ ਫਲਕ ਇਸ ਅਕੋਰਡਿੰਗ ਵੀ ਹੋ ਸਕਦੇ ਹੈ, ਇੱਕ ਦੇ ਉੱਪਰ ਦੂਸਰਾ ਵੀ ਆ ਸਕਦਾ ਹੈ, ਇੱਕ ਦੇ ਪਿੱਛੇ ਦੂਸਰਾ ਵੀ ਆ ਸਕਦਾ ਹੈ। ਅਗਰ ਤੁਸੀਂ ਇਸ ਅਕੋਰਡਿੰਗ ਮਿਲਾਓਗੇ ਤਾਂ ਇੱਕ 8 ਹੋ ਜੂ, ਬਾਕੀ 4 4 ਰਹਿ ਜਾਣਗੇ। ਅਗਰ ਇਸ ਅਕੋਰਡਿੰਗ ਮਿਲਾਵਾਂਗੇ ਤਾਂ ਉਚਾਈ 8 ਹੋ ਜੂ, ਲੰਬਾਈ ਤੇ ਚੌੜਾਈ ਐਜ਼ ਇਟ ਇਜ਼ ਰਹਿ ਜਾਣਗੇ। ਅਗਰ ਆਪਾਂ ਅੱਗੇ ਪਿੱਛੇ ਰੱਖਾਂਗੇ ਤਾਂ ਚੌੜਾਈ 8 ਹੋ ਜੂ, ਲੰਬਾਈ ਤੇ ਉਚਾਈ 4 4। ਮਤਲਬ ਇੱਕ ਭੁਜਾ ਤੇ ਫਰਕ ਪੈਣਾ, ਉਹ ਕੋਈ ਵੀ ਪੈ ਸਕਦੀ ਹੈ, ਲੰਬਾਈ ਚੌੜਾਈ ਜਾਂ ਉਚਾਈ। ਉਹ ਡਿਪੈਂਡ ਕਰਦਾ ਤੁਸੀਂ ਕਿਵੇਂ ਜੋੜ ਰਹੇ ਹੋ। ਤਾਂ ਇਹ ਘਨਾਵ ਆ ਗਿਆ। ਹੁਣ ਆਪਾਂ ਕੀ ਕਰਨਾ ਹੈ? ਘਨਾਵ ਦੀ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ। ਤੇ ਕੀ ਫਾਰਮੂਲਾ ਹੁੰਦਾ ਹੈ? 2 ਗੁਣਾ ਲੰਬਾਈ ਚੌੜਾਈ, ਚੌੜਾਈ ਉਚਾਈ ਅਤੇ ਉਚਾਈ ਲੰਬਾਈ 2। ਲੰਬਾਈ 8 ਚੌੜਾਈ 4, ਚੌੜਾਈ 4 ਉਚਾਈ 4, ਉਚਾਈ 4 ਲੰਬਾਈ 8। 8 ਚੌਕਾ 32, ਚੌਕਮ ਚੌਕੀ 16, 8 ਚੌਕਾ 32, 32 ਤੇ 16 48, 48 ਤੇ 32 80, 2 ਗੁਣਾ 80 160 ਸੈਂਟੀਮੀਟਰ ਦੀ 2, ਕਿਉਂਕਿ ਖੇਤਰਫਲ ਹੈ ਤਾਂ ਵਰਗ ਖੇਤਰਫਲ 2। ਤਾਂ ਇਹ ਸੀ ਆਪਣਾ ਕੁਐਸਚਨ। ਬੜਾ ਧਿਆਨ ਨਾਲ ਕਰਨਾ। ਇੱਥੇ ਸਿਰਫ ਆਪਾਂ ਨੂੰ ਆਇਤਨ ਦਿੱਤਾ ਹੈ, ਆਪਾਂ ਪਹਿਲਾਂ ਭੁਜਾ ਕੱਢੀ, ਫਿਰ ਜਦੋਂ 2 ਘਨਾਂ ਨੂੰ ਮਿਲਾਵਾਂਗੇ, ਡਾਇਗਰਾਮ ਤੁਹਾਡੇ ਸਾਹਮਣੇ ਹੈ, ਕਿਸੇ ਵੀ ਵੇ ਨਾਲ ਆਪਾਂ ਮਿਲਾ ਸਕਦੇ ਹਾਂ। ਇੱਕ ਭੁਜਾ ਤੇ ਫਰਕ ਪੈਣਾ, ਉਸ ਤੋਂ ਬਾਅਦ ਆਪਾਂ ਕੁਐਸਚਨ ਨੂੰ ਕੀ ਕਰ ਲਿਆ? ਹੱਲ ਕਰ ਲਿਆ। ਨੈਕਸਟ ਕੁਐਸਚਨ ਹੈ ਆਪਣੇ ਕੋਲੇ, ਇੱਕ ਖਿਡੌਣਾ ਅਰਧ ਵਿਆਸ 3.5 ਸੈਂਟੀਮੀਟਰ ਵਾਲੇ ਇੱਕ ਸ਼ੰਕੂ ਦੇ ਆਕਾਰ ਦਾ ਹੈ। ਇੱਕ ਸ਼ੰਕੂ ਦੇਤਾ ਆਪਾਂ ਨੂੰ, ਜਿਹਦਾ ਅਰਧ ਵਿਆਸ ਦੇਤਾ
3.5 सेंटीमीटर, जो उसे अर्धव्यास वाले एक अर्ध गोले ते टिकिया होया है। ठीक, इस खिडौने की कुल उचाई है 15.5 सेंटीमीटर है कुल उचाई। हुण इहनूं सैट करदे हां, अगर आ 3.5 है, आ 3.5 हो गया, कुल उचाई 15.5 है, 3.5 ए गया, पिछे कितना रह गया 12 सेंटीमीटर। ठीक, कुल सतह, एक सब तो इंपॉर्टेंट चीज़ जिहड़ी तुहानूं कन्फ्यूजन होनी है वर्ड सतह ते कुल सतह ते होनी है कि की फार्मूला लगने, कन्फ्यूज नहीं होना। तुहानूं जिहड़ी गल मैं स्टार्टिंग दसी सी, आ तुहानूं एक ठोस दिता होया, खिडौना दिता होया, तुसीं इहदे किहड़े-किहड़े हिस्से दे पेंट कर सकदे हो, आहा ते आहा। ठीक, यही इहदी कुल सतह, यही इहदी सतह, तो उलझना नहीं हैगा। तो हुण देखो आपां नूं की कहा, खिडौने दी सतह दा खेत्रफल, शंकु की सतह का खेत्रफल। हुण शंकु की केड़ी है, देखो ध्यान नाल, पासवीं, बी केयरफुल, पासवीं सतह तो मैं लिखी देना, प्लस अर्ध गोले की पासवीं सतह का खेत्रफल आया अपने को। की करांगे हुण फॉर्मूला, शंकु की पासवीं सतह का खेत्रफल पाई आर एल, अर्ध गोले की 2 पाई आर दी 2 साझा, एक पाई आ गया, एक आर आ गया, पिछे हो गया एल प्लस 2 आर। आ चीज अपने को आ चुकी है, पाई हो गया 22/7, आर 3.5। आप नाल दी नाल हल करना सीखांगे, यह नहीं पहला की लिखना है, तरीका दस रहा मैं। 3.5 35/10, 5 दे पहाड़े ते गया 7/2। हुण गल आ गई एल दी, एल अपने कोले नहीं हैगी, तो की करांगे आपां, की करांगे एल नूं सॉल्व करांगे। तिरछी उचाई किवें सॉल्व हुंदी है, याद है फॉर्मूला, एल दी 2 बराबर एच दी 2 प्लस आर दी 2, क्योंकि एल किहदे नाल संबंधित है, शंकु नाल। शंकु की उचाई आ गई 12, आह आ गया 3.5। पॉइंटां नालों बटियां च करो, क्वेश्चन सौखा हो जू। 3.5 अपना की बन गया 7/2। 12 की 2 बार गुना किते 144, 7 7 49, 2 दूनी 4, लघुत्तम लिया 144 चौका 576 प्लस 49 625/4। आपां नूं 2 घात चाहिए है, यह 25 की घात 2 है, यह 2 की घात 2 है, कट गया। तो एल की कीमत अपने को 25/2 आ गई। एल हो गया 25/2, आर कितना 7/2 आपने को आ चुके हैं। ठीक, हुण की करांगे आपां इहनूं, हुण आपां इसनूं कैलकुलेट करांगे। 7 नाल 7 कट गया, 2 एकम 2, 11 दूनी 22, तो यह तो बच गया अपने को कला 11। 25/2 आपां नूं पता है, जो वंडांगे, वंड के देखो कितना हो गया 12.5 प्लस 7 11, पॉइंट वाला ओमे का ओमे, 12 ते 7 19.5। ओमे गुना करांगे जिवें मैं तुहानूं पहला दस के हटिया, सीधा 11 का पहाड़ा पढ़ो, 11 5 55 5, 11 99 ते 5 104, 10 11 ते 10 21, तो यह आ गया 2145, पिछों आ छड़ता 214.5 वर्ग सेंटीमीटर। देखो सब तो वड्डी गल जो चीज़ इत्थे मैं तुहानूं दसनी चाहना, एक बारी जो डायग्राम अपने को हैगी आप फॉर्मूला भरिया, उदों जिसे जो जो चाहिए, आर चाहिए सी आप उस अकॉर्डिंग आर नूं बोल्ड किया, एल चाहिए सी नाल दी नाल आप एल कैलकुलेट किया। अगर स्टैप बाय स्टैप करांगे मिसटेक के चांस की होंगे, घट जाएंगे। अगली एग्जाम्पल ते आपां हुण चलदे हां। अगला क्वेश्चन है, देखो तुहाडे सामने पे है,
ਕਹਿੰਦੇ ਲੱਕੜੀ ਦੇ ਇੱਕ ਠੋਸ ਬੇਲਣ ਦੇ ਹਰੇਕ ਸਿਰੇ ਤੇ ਇੱਕ ਅਰਧਗੋਲਾ ਖੋਦ ਕੇ ਬਾਹਰ ਕੱਢਤਾ, ਇੱਥੋਂ ਇਹਨੂੰ ਕੱਟ ਕੇ ਬਾਹਰ ਕੱਢਤਾ, ਤੇ ਜਦੋਂ ਬਾਹਰ ਕੱਢਤਾ ਪਿੱਛੇ ਆਪਣੇ ਕੋਲੇ ਅਗਰ ਮੈਂ ਦੇਖਾਂ ਤਾਂ ਇਸ ਟਾਈਪ ਦੀ ਡਾਇਗਰਾਮ ਬਚ ਗਈ ਨਾ। ਇੱਕ ਵਸਤੂ ਬਣਾਈ ਗਈ ਹੈ, ਅਗਰ ਬੇਲਣ ਦੀ ਕੁੱਲ ਉਚਾਈ 10 ਸੈਂਟੀਮੀਟਰ ਹੋਵੇ ਅਤੇ ਆਧਾਰ ਦਾ ਅਰਧ ਵਿਆਸ 3.5 ਸੈਂਟੀਮੀਟਰ ਹੋਵੇ ਤਾਂ ਵਸਤੂ ਦੀ ਕੁੱਲ ਸਤ੍ਹਾ। ਕੀ ਫਰਕ ਪੈ ਗਿਆ? ਪਿਛਲੇ ਕੁਐਸਚਨਾਂ ਦੇ ਵਿੱਚ ਜੋੜਿਆ ਗਿਆ ਸੀ, ਉੱਪਰ ਠੋਸਾਂ ਨੂੰ ਜੋੜਿਆ ਗਿਆ ਸੀ, ਇੱਥੇ ਖੋਦ ਕੇ ਕੱਢਿਆ ਗਿਆ। ਕਨਸੈਪਟ ਉਹੀ ਹੈ, ਕੋਈ ਫਰਕ ਨਹੀਂ ਪੈਂਦਾ। ਅਗਰ ਮਾਈਂਡ 'ਚ ਸੋਚੋਗੇ ਜਿਹੜੀ ਆਪਾਂ ਗੱਲ ਕੀਤੀ ਸੀ ਸਤ੍ਹਾ ਦੇ ਖੇਤਰਫਲ ਦੀ, ਤਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕੀ ਕਿਹਾ ਸੀ, ਤੁਸੀਂ ਪੇਂਟ ਕਿੱਥੇ ਕਰਨਾ ਹੈ। ਤਾਂ ਦੇਖੋ ਅਗਰ ਇਹ ਜੀ ਡਾਇਗਰਾਮ ਤੇ ਆਪਾਂ ਪੇਂਟ ਕਰਾਂਗੇ, ਇੱਕ ਤਾਂ ਇੱਥੇ ਪੇਂਟ ਹੋਊਗਾ ਨਾ, ਇਹ ਕੀ ਹੋਗੀ? ਸਿਲੰਡਰ ਦੀ ਪਾਸਵੀਂ ਸਤ੍ਹਾ 2πr/h। ਹੋਰ ਪੇਂਟ ਕਿੱਥੇ ਹੋਊਗਾ? ਅੰਦਰ ਜਿਹੜਾ ਆਹ ਉਰੇ ਅਰਧਗੋਲਾ ਬਣਿਆ, ਅਰਧਗੋਲੇ ਦੀ ਪਾਸਵੀਂ ਪੇਂਟ ਕਰਤੀ। ਸਹੀ ਹੈ ਨਾ ਮੇਰੀ ਗੱਲ? ਮਾਈਂਡ ਸੋਚ ਕੇ ਦੇਖੋ ਇਸ ਚੀਜ਼ ਨੂੰ। ਫਿਰ ਇੱਥੇ ਬਿਲਕੁਲ ਇਹਨੂੰ ਮਾਈਂਡ 'ਚ ਸੋਚਣਾ, ਕੋਈ ਰੱਟੇ ਵਾਲੀ ਗੱਲ ਨਹੀਂ ਹੈਗੀ ਕਿ ਜਿੱਥੇ ਜਿੱਥੇ ਆਪਾਂ ਪੇਂਟ ਕਰਾਂਗੇ ਉਹ ਏਰੀਆ ਜੁੜਦਾ ਜਾਊਗਾ। ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ, ਅਗਰ ਇਹ ਅੰਦਰ ਹੋਵੇ ਬਾਹਰ ਹੋਵੇ, ਇਹ ਤਾਂ ਪੇਂਟ ਤਾਂ ਉਨਾ ਹੀ ਸਹੀ ਹੋਣਾ ਹੈ, ਤਾਂ ਇਹਦਾ ਮਤਲਬ ਇੱਥੇ ਕੀ ਹੋ ਜਾਣਾ ਹੈ? ਪਲੱਸ ਹੋ ਜਾਣਾ ਹੈ। ਦੇਖੋ ਹੁਣ ਤਾਂ ਕੁਐਸਚਨ ਕੀ ਆ ਗਿਆ ਆਪਣੇ ਕੋਲੇ, ਜੋ ਆ ਵਸਤੂ ਬਣੀ ਹੈ ਇਸ ਦੀ ਕੁੱਲ ਸਤ੍ਹਾ ਕਹਿ ਲਓ ਜਾਂ ਸਤ੍ਹਾ ਦਾ ਖੇਤਰਫਲ ਕਹਿ ਲਓ। ਕੀ ਹੋਣਾ ਫਿਰ? ਇੱਕ ਤਾਂ ਇੱਥੇ ਸਿਲੰਡਰ ਹੈ ਜਾਂ ਬੇਲਣ ਹੈ, ਸਿਲੰਡਰ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ, ਇੱਕ ਤਾਂ ਇਹ ਹੋ ਗਿਆ, ਪਲੱਸ ਦੋ ਅਰਧਗੋਲੇ ਆ, ਦੋਨੋਂ ਇੱਕੋ ਸਾਈਜ਼ ਦੇ ਨੇ, ਤਾਂ ਆਪਾਂ ਇਕੱਠਾ ਲਿਖ ਸਕਦੇ ਹਾਂ, ਦੋ ਅਰਧਗੋਲੇ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਸਿਲੰਡਰ ਦੀ ਪਾਸਵੀਂ 2πr/h, ਗੋਲੇ ਦੀ ਪਾਸਵੀਂ 2πr/2। ਸਾਂਝਾ ਇੱਕ 2 ਆਜੂ, ਇੱਕ ਪਾਈ ਆਜੂ, ਇੱਕ r ਆ ਗਈ, 2πr। ਪਿੱਛੇ ਇੱਕ ਤਾਂ h ਬਚ ਗਈ, ਇੱਕ 2 ਬਚ ਗਿਆ, ਇੱਕ r ਬਚ ਜਾਂਦੇ, ਕਿਉਂਕਿ 2 ਘਾਤ ਹੈ, 2 ਦੇ ਵਿੱਚੋਂ ਇੱਕ ਆਪਾਂ ਸਾਂਝੀ ਕੱਢ ਲਈ। 2 ਗੁਣਾ ਪਾਈ ਹੋ ਗਿਆ 22/7, r ਕਿੰਨਾ? 3.5। ਜਿਹੜੀ ਗੱਲ ਮੈਂ ਲਾਸਟ ਕੁਐਸਚਨ ਕੀਤੀ ਸੀ, ਦਸ਼ਮਲਵ ਹਟਾ ਦਿਓ। ਕੁਐਸਚਨ ਨੂੰ ਸੌਖਾ ਕਰਨਾ ਹੈ ਨਾ, ਦਸ਼ਮਲਵ ਹਟਾ ਦਿਓ। 35/10, 5 ਦੇ ਪਹਾੜੇ ਤੇ ਗਿਆ, 7 5 35, 2 5 2 10, ਤਾਂ r ਆ ਗਿਆ 7/2, h 10, r 7/2, ਆ 2 ਦੇ ਨਾਲ 2 ਕੱਟ ਗਿਆ, 7 ਦੇ ਨਾਲ 7 ਕੱਟ ਗਿਆ, 2 ਦੇ ਨਾਲ 2 ਕੱਟ ਗਿਆ, 22, 10 + 7 22 ਗੁਣਾ 17। ਹੁਣ ਫੇਰ ਮਲਟੀਪਲਾਈ ਦਾ ਉਹੀ ਸਿਸਟਮ ਜਿਹੜੀ ਮੈਂ ਗੱਲ ਕੀਤੀ ਹੈ। 17 ਦਾ ਪਹਾੜਾ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੈ, 17 ਦੂਣਾ 34, 4 3, 17 ਦੂਣਾ 34 ਤੇ 3 37, ਤਾਂ ਇਹ ਆ ਕਿੰਨਾ ਆਂਸਰ ਆ ਗਿਆ? 374 ਵਰਗ ਸੈਂਟੀਮੀਟਰ। ਤਾਂ ਇਹ ਸੀ ਆਪਣਾ ਇਹ ਕੁਐਸਚਨ। ਇੱਕ ਇਸ ਨਾਲ ਦੀ ਆਪਾਂ ਹੋਰ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਨੈਕਸਟ ਕੁਐਸਚਨ ਆ ਰਿਹਾ ਆਪਣੇ ਕੋਲੇ, ਕਹਿੰਦੇ ਉਚਾਈ ਇੰਨੀ ਅਤੇ ਵਿਆਸ ਇੰਨਾ ਵਾਲਾ ਇੱਕ ਠੋਸ ਬੇਲਣ, ਇੱਕ ਸਿਲੰਡਰ ਜਾਂ ਬੇਲਣ ਆਪਾਂ ਨੂੰ ਦੇਤਾ, ਜਿਹਦੀ ਉਚਾਈ ਦੇਤੀ 2.4 ਸੈਂਟੀਮੀਟਰ ਅਤੇ ਵਿਆਸ ਦੇਤਾ। ਬਹੁਤ ਧਿਆਨ ਰੱਖਣਾ ਹੈ, ਵਿਆਸ ਹੈ ਕਿ ਅਰਧ ਵਿਆਸ ਹੈ, ਅਤੇ ਵਿਆਸ ਦੇਤਾ 1.4 ਸੈਂਟੀਮੀਟਰ। ਅਗਰ ਵਿਆਸ 1.4 ਹੈ ਤਾਂ ਅਰਧ ਵਿਆਸ ਕਿੰਨਾ ਰਹਿ ਗਿਆ? ਦੇਖੋ ਜਦੋਂ ਆਪਾਂ ਇਹਨੂੰ 2 ਨਾਲ ਵੰਡ ਦਾਂਗੇ 0.7 ਸੈਂਟੀਮੀਟਰ। ਆ ਲਓ ਜੀ, ਅਰਧ ਵਿਆਸ 7/10 ਕਹਿ ਲਓ ਤੁਸੀਂ। ਵਿੱਚੋਂ ਉਸੇ ਉਚਾਈ ਅਤੇ ਵਿਆਸ ਵਾਲਾ ਇੱਕ ਸ਼ੰਕੂ ਕੱਟਿਆ ਗਿਆ ਹੈ। ਉਨੀ ਹੀ ਉਚਾਈ ਅਤੇ ਵਿਆਸ ਵਾਲਾ ਸ਼ੰਕੂ ਕੱਟਤਾ, ਤਾਂ ਜਦੋਂ ਕੱਟਤਾ ਜਾਂ ਇਹਨੂੰ ਆਪਾਂ ਕਹਿ ਦਿੰਦੇ ਖੋਦ ਕੇ ਕੱਢਤਾ, ਤਾਂ ਪਿੱਛੇ ਆਪਣੇ ਕੋਲੇ ਲਗਭਗ ਆ ਹਿੱਸਾ ਬਚ ਗਿਆ ਨਾ। ਤਾਂ ਕਹਿੰਦੇ ਬਾਕੀ ਬਚੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ। ਤਾਂ ਬਚਿਆ ਕੀ? ਪਹਿਲਾਂ ਡਾਇਗਰਾਮ ਧਿਆਨ ਨਾਲ ਦੇਖੋ, ਆ ਹਿੱਸਾ ਖਤਮ ਹੋ ਗਿਆ, ਮੈਂ ਇਹਨੂੰ ਡਿਲੀਟ ਹੀ ਕਰ ਰਿਹਾ। ਆਪਣੇ ਕੋਲੇ ਕੀ ਕੀ ਬਚਿਆ? ਇੱਕ ਆ ਹਿੱਸਾ, ਇੱਕ ਆ ਹਿੱਸਾ,
एक आ हिस्सा, तीन हिस्से बच गए। आ होगी सिलेंडर की पासवीं, मैं सीधा फॉर्मूला लिख रहा 2 पाई आर एच। आ हिस्सा जो पेंट करांगे शंकु की पासवीं पाई आर एल। आह आधार की है, चक्कर शेप च है, तो चक्कर का खेत्रफल की हो गया पाई आर दी 2। तो फिर जी अपने को वस्तु बची है, ठोस बची है, यदी सतह का खेत्रफल की हो गया सिलेंडर या बेलन की पासवीं सतह का खेत्रफल प्लस शंकु की पासवीं सतह का खेत्रफल। एक अपने को चक्कर बचूगा इत्थे, उस जिहड़ा आधार बचूगा चक्कर का खेत्रफल। सिलेंडर का हो गया फॉर्मूला 2 पाई आर एच, शंकु का हो गया पाई आर एल, चक्कर का हो गया पाई आर दी 2। साझा देखो एक पाई साझा पे, एक आर पे है, पिछे बच गया 2H L, एक आर, यही बच गया। पाई बारे कुछ नहीं कहा, 22/7। आर किन्ना 0.7, 0.7 का मतलब 7/10। 2H, H सिलेंडर की उचाई 2.4। L है तिरछी उचाई, तो अपने को तिरछी उचाई नहीं हैगी, उन्होंने आप हल करांगे। की फॉर्मूला सी L दी 2 बराबर H दी 2 प्लस R दी 2। शंकु की उचाई कितनी है, जिन्नी सिलेंडर दी है 2.4। अर्धव्यास कितना है, जिन्ना सिलेंडर का 0.7। इनू वटियां च कर लो अगर दशमलव च दिक्कत आ रही है। 24 24 576 दाहो दाही 100, 7 7 49 दाहो दाही 100। लघुत्तम लवांगे, जोड़ करांगे 625/100 आ गया, तो 625 25 की घात 2 है, 100 10 की घात 2 है, 2 नाल 2 घात कट जानी है। L आ गया 25/10 या 2.5 L आ गया। R कितना है 0.7। हुण आपां इहनूं की करना है, हल करना है। 7 दे नाल देखो 7 कट गया, तो पिछे की बचा 22/10। इनू आपां फिर देखते हैं, यदि इहदे नाल गुना की 4.8 प्लस 2.5 प्लस 0.7, तो 22/10 गुना इन्हों जोड़ांगे जदों थोड़ा जोड़ के कितना आजू 4.8 ते 2.5 7.3 0.7 8.0 या कला 8 22 8 176/10 तो 17.6 वर्ग सेंटीमीटर। इनू हल करके अपने कोले यह खेत्रफल आ जाना है। तो दोस्तों यह सी अपना टॉपिक ठोसां दे संयोजन का खेत्रफल। 2 टाइप्स आप कर चुके हैं, एक जो उपर जुड़ता जोड़ते हैं, एक जो आप खोद के कढ़ते हैं। तो खेत्रफल ते सतह ते गल याद रखनी है, कोई फर्क नहीं पऊगा, जोड़ ही होना है। तो यह सी अपना पहला टॉपिक ठोसां दे संयोजन की सतह का खेत्रफल। थैंक यू।